ਕਈ ਵਾਰੀ ਜ਼ਿੰਦਗੀ ਵਿੱਚ ਅਸੀਂ ਕੁਝ ਲੋਕਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਦੇ ਦਿੰਦੇ ਹਾਂ, ਪਰ ਇਹ ਸਮਝਣਾ ਗਲਤ ਹੁੰਦਾ ਹੈ ਕਿ ਇੱਜ਼ਤ ਦੇਣਾ ਕਮਜ਼ੋਰੀ ਹੁੰਦਾ ਹੈ, ਜਾਂ ਇੱਜ਼ਤ ਵਸੂਲ ਕਰਨ ਵਾਲੇ ਇਹ ਸਮਝ ਲੈਣ ਕਿ ਉਹਨਾਂ ਦਾ ਹੱਕ ਹੈ। ਜੋ ਬੰਦਾ ਹਰ ਰਵੱਈਏ ਦੇ ਬਾਵਜੂਦ ਇਖਲਾਕ ਨਾ ਛੱਡੇ, ਉਹ ਕਮਤਰ ਨਹੀਂ ਹੁੰਦਾ, ਉਹ ਬਹੁਤ ਸਬਰ ਵਾਲਾ ਹੁੰਦਾ ਹੈ। ਅਤੇ ਜੋ ਚੁੱਪ ਰਹਿ ਕੇ ਰਿਸ਼ਤੇ ਨਿਭਾਉਣਾ ਜਾਣਦਾ ਹੈ, ਉਹ ਬੇਵਕੂਫ ਨਹੀਂ ਹੁੰਦਾ, ਉਹ ਸਿਰਫ ਸਮਝਦਾਰ ਹੁੰਦਾ ਹੈ। ਪਰ ਇਹ ਵੀ ਸੱਚ ਹੈ ਕਿ ਹਰ ਸਸੁਰਾਲ ਇੱਕ ਜੈਸਾ ਨਹੀਂ ਹੁੰਦਾ ਅਤੇ ਹਰ ਬਹੂ ਵੀ ਇੱਕ ਜੈਸੀ ਨਹੀਂ ਹੁੰਦੀ। ਕਈ ਸਸੁਰਾਲ ਬੇਟੀ ਬਣਾ ਕੇ ਰੱਖਦੇ ਨੇ ਅਤੇ ਕਈ ਬਹੂਆਂ ਘਰ ਨੂੰ ਜੰਨਤ ਬਣਾ ਦਿੰਦੀਆਂ ਨੇ। ਪਰ ਜਿੱਥੇ ਇੱਜ਼ਤ ਦੀ ਕਦਰ ਨਾ ਹੋਵੇ, ਉੱਥੇ ਖਾਮੋਸ਼ੀ ਅਕਸਰ ਗਲਤ ਸਮਝੀ ਜਾਂਦੀ ਹੈ। ਇੱਜ਼ਤ ਇਸ ਲਈ ਨਹੀਂ ਦਿੱਤੀ ਜਾਂਦੀ ਕਿ ਕੋਈ ਡਰ ਗਿਆ ਹੈ, ਇੱਜ਼ਤ ਇਸ ਲਈ ਦਿੱਤੀ ਜਾਂਦੀ ਹੈ ਕਿ ਰਿਸ਼ਤਾ ਬਚ ਜਾਵੇ। ਪਰ ਯਾਦ ਰੱਖੋ, ਸਬਰ ਦੀ ਵੀ ਇੱਕ ਹੱਦ ਹੁੰਦੀ ਹੈ ਅਤੇ ਹਰ ਚੁੱਪ ਹਮੇਸ਼ਾ ਚੁੱਪ ਨਹੀਂ ਹੁੰਦੀ, ਕਿਉਂਕਿ ਇੱਜ਼ਤ ਦੇਣਾ ਆਦਤ ਹੁੰਦੀ ਹੈ, ਪਰ ਇੱਜ਼ਤ ਖੋਣਾ ਅਕਸਰ ਬੇਹਿੱਸ ਰਵੱਈਆਂ ਨਾਲ ਹੁੰਦੀ ਹੈ। ਜੋ ਇੱਜ਼ਤ ਦੇ ਉਹ ਕਮਜ਼ੋਰ ਨਹੀਂ, ਉਹਦੀ ਤਰਬੀਅਤ ਹੈ, ਅਤੇ ਜੋ ਇੱਜ਼ਤ ਸਮਝੇ ਉਹ ਵਾਕਈ ਬੜਾ ਹੁੰਦਾ ਹੈ। ਹਰ ਬਹੂ ਆਪਣੀ ਕਿਸਮਤ ਵਿੱਚ ਸਿਰਫ ਜਹੇਜ਼ ਨਹੀਂ, ਉਮੀਦ ਵੀ ਲੈ ਕੇ ਆਉਂਦੀ ਹੈ। ਜਹੇਜ਼ ਨਾ ਹੋਵੇ ਤਾਂ ਕੀ ਹੋਇਆ? ਕਿਆ ਔਰਤ ਦੀ ਕੀਮਤ ਸਿਰਫ ਸਮਾਨ ਨਾਲ ਤੋਲਣੀ ਚਾਹੀਦੀ ਹੈ? ਬਹੂ ਜਦ ਘਰ ਆਉਂਦੀ ਹੈ ਤਾਂ ਉਹ ਆਪਣੀ ਪਰਵਰਿਸ਼, ਸਬਰ ਅਤੇ ਮਾਂ-ਬਾਪ ਦੀ ਦੁਆ ਲੈ ਕੇ ਆਉਂਦੀ ਹੈ। ਉਹ ਘਰ ਨੂੰ ਸੰਭਾਲਦੀ ਹੈ, ਰਿਸ਼ਤੇ ਜੋੜਦੀ ਹੈ ਅਤੇ ਮੁਸ਼ਕਿਲ ਵਕਤ ਵਿੱਚ ਛੱਤ ਬਣ ਕੇ ਖੜੀ ਰਹਿੰਦੀ ਹੈ। ਪਰ ਅਫਸੋਸ, ਕਈ ਵਾਰੀ ਉਹਦੀ ਮਿਹਨਤ ਖਾਮੋਸ਼ੀ ਵਿੱਚ ਗੁੰਮ ਹੋ ਜਾਂਦੀ ਹੈ। ਅਸਲ ਇੱਜ਼ਤ ਉਹ ਨਹੀਂ ਹੁੰਦੀ ਜੋ ਮੰਗੀ ਜਾਵੇ, ਅਸਲੀ ਇੱਜ਼ਤ ਉਹ ਹੁੰਦੀ ਹੈ ਜੋ ਸਮਝੀ ਜਾਵੇ। ਅੱਜ ਅਗਰ ਕੋਈ ਚੁੱਪ ਹੈ ਤਾਂ ਇਹ ਕੋਈ ਕਮਜ਼ੋਰੀ ਨਹੀਂ, ਇਹ ਸਬਰ ਦੀ ਬੁਲੰਦੀ ਹੈ, ਕਿਉਂਕਿ ਇੱਜ਼ਤ ਪੈਸੇ ਨਾਲ ਨਹੀਂ, ਰਵੱਈਏ ਨਾਲ ਮਿਲਦੀ ਹੈ। ਅਤੇ ਜੋ ਘਰ ਸਮਝ, ਸ਼ੁਕਰ ਅਤੇ ਇਨਸਾਨੀਅਤ ਨਾਲ ਚਲੇ, ਉਹ ਕਦੀ ਖਾਲੀ ਨਹੀਂ ਹੁੰਦਾ। ਜਹੇਜ਼ ਸਭ ਕੁਝ ਨਹੀਂ ਹੁੰਦਾ। ਜੇ ਤੁਸੀਂ ਕਿਸੇ ਦੀ ਬੇਟੀ ਲਿਆ ਰਹੇ ਹੋ ਤਾਂ ਇਹ ਵੀ ਸੋਚੋ ਕਿ ਕਿਸੇ ਨੇ ਤੁਹਾਨੂੰ ਦਿਲ ਦਾ ਟੁਕੜਾ ਦੇ ਦਿੱਤਾ, ਅਤੇ ਜਹੇਜ਼ ਤਾਂ ਬਹੁਤ ਛੋਟੀ ਜਿਹੀ ਚੀਜ਼ ਹੈ। ਅਤੇ ਅਗਰ ਤੁਹਾਡੇ ਕੋਲ ਇੰਨੀ ਕੀਮਤੀ ਚੀਜ਼ ਹੈ ਤਾਂ ਉਹਦੀ ਕਦਰ ਕਰੋ। ਕੱਲ੍ਹ ਨੂੰ ਤੁਹਾਡੀਆਂ ਵੀ ਬੇਟੀਆਂ ਕੱਲ੍ਹ ਨੂੰ ਕਿਸੇ ਹੋਰ ਦੇ ਘਰ ਜਾਣਗੀਆਂ, ਅਤੇ ਤੁਸੀਂ ਕੀ ਉਮੀਦ ਰੱਖਦੇ ਹੋ? ਜੋ ਅੱਜ ਵਰਤਾਓ ਤੁਸੀਂ ਕਿਸੇ ਦੀ ਬੇਟੀ ਨਾਲ ਕਰੋਗੇ, ਕੱਲ੍ਹ ਉਹੀ ਵਰਤਾਓ ਤੁਹਾਡੀ ਬੇਟੀ ਨਾਲ ਹੋਏਗਾ। ਲੇਕਿਨ ਕੁਝ ਜਗ੍ਹਾ 'ਤੇ ਜ਼ਰੂਰੀ ਵੀ ਨਹੀਂ। ਮੈਂ ਬਹੁਤ ਸੇ ਐਸੇ ਘਰ ਵੇਖੇ ਨੇ ਜਿੱਥੇ ਬਹੂਆਂ ਨਾਲ ਬਹੁਤ ਅੱਛਾ ਸਲੂਕ ਕੀਤਾ ਜਾਂਦਾ ਹੈ, ਅਤੇ ਪਰ ਉਹਨਾਂ ਦੀ ਬੇਟੀਆਂ ਨਾਲ ਕੋਈ ਅੱਛਾ ਸਲੂਕ ਨਹੀਂ ਹੁੰਦਾ। ਲੇਕਿਨ ਜ਼ਿਆਦਾਤਰ ਇਹੀ ਦੇਖਿਆ ਗਿਆ ਹੈਗਾ ਕਿ ਅਗਰ ਤੁਸੀਂ ਕਿਸੇ ਨਾਲ ਅੱਛਾ ਕਰੋਗੇ ਤਾਂ ਤੁਹਾਡੇ ਨਾਲ ਵੀ ਜ਼ਰੂਰ ਅੱਛਾ ਹੋਵੇਗਾ। ਅਤੇ ਮੇਰੀ ਤਾਂ ਦੁਆ ਹੈ ਕਿ ਅੱਲਾਹ ਤਾਲਾ ਸਾਰਿਆਂ ਦੀ ਬੇਟੀਆਂ ਨੂੰ ਆਪਣੇ ਹਿਫਜ਼ੋ-ਮਾਨ 'ਚ ਰੱਖੇ, ਉਹਨਾਂ ਦਾ ਨਸੀਬ ਅੱਛਾ ਕਰੇ। ਜਿਨ੍ਹਾਂ ਦੀ ਵੀ ਬੇਟੀਆਂ ਨੇ ਔਰ ਬੇਟੇ ਵੀ ਨੇ, ਅੱਲਾਹ ਉਹਨਾਂ ਨੂੰ ਵੀ ਕੋਈ ਅਕਲ ਦੇਵੇ, ਚਾਹੇ ਉਹ ਸਸੁਰਾਲ ਵਾਲੇ ਨੇ, ਚਾਹੇ ਉਹ ਬਹੂਆਂ ਨੇ, ਦੋਨਾਂ ਨੂੰ ਅੱਲਾਹ ਤਾਲਾ ਅਕਲ ਦੇ ਅਤੇ ਆਪਸ 'ਚ ਇਤਫਾਕ ਅਤੇ ਮੁਹੱਬਤ ਰਹਿਣਾ ਨਸੀਬ ਕਰੇ। ਅੱਜ ਮੈਂ ਬਣਾ ਰਹੀ ਸੀ ਰੋਲ, ਸਾਦਾ ਜਿਹੇ ਤਰੀਕੇ ਨਾਲ ਅਸੀਂ ਇਹ ਰੋਲ ਬਣਾਏ। ਇਸੀ ਮਟੀਰੀਅਲ ਨਾਲ ਅਸੀਂ ਪਕੌੜੇ ਬਣਾ ਦਿੱਤੇ, ਅਤੇ ਇਹ ਬਣਾਇਆ ਸੀ ਅਸੀਂ ਨਾਨ ਪਕੌੜਾ। ਬਹੁਤ ਹੀ ਆਸਾਨੀ ਨਾਲ ਇਹ ਬਣ ਕੇ ਤਿਆਰ ਹੋ ਗਏ ਸੀ, ਕੋਈ ਇੰਨੀ ਖ਼ਾਸ ਮੁਸ਼ੱਕਤ ਨਹੀਂ ਬਣੀ। ਉਹ ਕਿਉਂ ਭਲਾ? ਜਿੰਨਾ ਵੀ ਮੈਂ ਬੱਚਿਆਂ ਵਾਸਤੇ ਕੋਈ ਵੀ ਲੈਫਟ ਓਵਰ ਸਾਲਨ ਹੋਵੇ ਅਤੇ ਮੈਂ ਉਹਦੀ ਕੋਈ ਨਵੀਂ ਚੀਜ਼ ਬਣਾ ਦਿੰਦੀ ਹਾਂ। ਉਸ ਤੋਂ ਕੀ ਹੁੰਦਾ ਹੈ ਕਿ ਤੁਹਾਡਾ ਰਿਸਕ ਵੀ ਜ਼ਾਇਆ ਨਹੀਂ ਹੁੰਦਾ ਅਤੇ ਕੋਈ ਨਵੀਂ ਡਿਸ਼ ਵੀ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਮਟੀਰੀਅਲ ਬਣਾਇਆ ਸੀਗਾ ਮੈਂ ਬੱਚਿਆਂ ਦੇ ਡੋਨਟ ਵਾਸਤੇ, ਅਤੇ ਤੁਸੀਂ ਤਸਵੀਰ 'ਚ ਵੇਖ ਸਕਦੇ ਹੋ ਕਿ ਕੁਝ ਡੋਨਟ ਬਣੇ ਹੋਏ ਨੇ ਅਤੇ ਪਕੌੜੇ ਨੇ। ਉਸੇ ਦਾ ਮੈਂ ਨਾਨ ਪਕੌੜਾ ਬਣਾ ਲਿਆ, ਉਸੇ ਦੇ ਰੋਲ ਬਣਾਏ ਨੇ, ਅਤੇ ਥੋੜ੍ਹੇ ਜਿਹੇ ਬੱਚੇ ਆਪਣੀ ਚੀਜ਼ ਲੈ ਆਏ ਸੀ, ਅਤੇ ਬੈਠ ਕੇ ਅਸੀਂ ਟੀ ਟਾਈਮ ਇੰਜੋਏ ਕੀਤਾ। ਅਤੇ ਤੁਸੀਂ ਵੀ ਆਪਣੀ ਫੈਮਿਲੀ ਨਾਲ ਇਸੇ ਤਰ੍ਹਾਂ ਕੁਆਲਿਟੀ ਟਾਈਮ ਗੁਜ਼ਾਰਿਆ ਕਰੋ, ਆਪਸ 'ਚ ਪਿਆਰ ਮੁਹੱਬਤ ਨਾਲ ਰਹੋ। ਸਾਰੀ ਸ਼ੈਵਾਂ ਇੱਥੇ ਹੀ ਰਹਿ ਜਾਣੀਆਂ ਨੇ ਜੇ ਤੁਸੀਂ ਆਪਸ 'ਚ ਸਲੂਕ ਰੱਖਦੇ ਹੋ, ਅਤੇ ਬਸ ਉਹੀ ਬਰਕਰਾਰ ਰਹਿੰਦਾ ਹੈ। ਉਸ ਤੋਂ ਤੁਹਾਡਾ ਮੁਸ਼ਕਿਲ ਟਾਈਮ ਵੀ ਆਸਾਨ ਹੋ ਜਾਂਦਾ ਹੈ।
ਤੇ ਉਸ ਤੋਂ ਤੁਹਾਡੀ ਖੁਸ਼ੀਆਂ ਭਾਵੇਂ ਉਹ ਛੋਟੀਆਂ ਕਿਉਂ ਨਾ ਹੋਣ, ਉਹ ਵੱਡੀਆਂ ਹੋ ਜਾਂਦੀਆਂ ਨੇ। ਤੇ ਅਗਰ ਆਪਸ 'ਚ ਲੜਾਈ ਹੋਵੇ, ਇਤਫਾਕ ਨਾ ਹੋਵੇ, ਬਦਅਮਨੀ ਹੋਵੇ, ਤੇ ਤੁਸੀਂ ਉੱਥੇ ਸੋਨੇ ਦਾ ਨਿਵਾਲਾ ਵੀ ਖਿਲਾਓ ਜਾਂ ਖਾਓ ਤੇ ਉਹ ਮਿੱਟੀ ਦੇ ਬਰਾਬਰ ਹੁੰਦਾ ਹੈ, ਉਹਦੀ ਕੋਈ ਕੀਮਤ ਨਹੀਂ। ਇਸ ਵਾਸਤੇ ਮੈਂ ਤਾਂ ਕਹਿੰਦੀ ਹਾਂ ਬੇਸ਼ੱਕ ਥੋੜਾ ਖਾ ਲਓ, ਲੇਕਿਨ ਆਪਸ 'ਚ ਇਤਫਾਕ ਰੱਖੋ। ਅੱਜ ਕੱਲ੍ਹ ਭੈਣ ਭਰਾ ਵੀ ਰਿਸ਼ਤੇਦਾਰ ਬਣ ਗਏ ਨੇ, ਉਹ ਰਿਸ਼ਤੇ ਕਿੱਥੇ ਖੋ ਗਏ ਨੇ, ਕਿੱਥੇ ਚਲੇ ਗਏ ਨੇ ਉਹ ਲੋਕ ਜਿਹੜੇ ਆਪਸ 'ਚ ਪਿਆਰ ਮੁਹੱਬਤ ਨਾਲ ਲੜਦੇ ਸੀਗੇ। ਲੜਨਾ ਫਿਰ ਕੀ, ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕ ਜਾਂਦੇ ਨੇ, ਲੇਕਿਨ ਉਹ ਨਫ਼ਰਤਾਂ, ਉਹ ਕਦੂਰਤਾਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਨੇ ਕਿ ਤੁਸੀਂ ਆਪਸ 'ਚ ਤਾਲੁਕ ਖ਼ਤਮ ਕਰ ਦਿੰਦੇ ਹੋ। ਇੰਨੇ ਵੱਡੇ ਤੁਹਾਡੇ ਮਾਮਲਾਤ, ਇਖਤਲਾਫਾਤ ਹੋ ਜਾਂਦੇ ਨੇ। ਜਿੱਥੇ ਵੀ ਲੜਾਈ ਹੋ ਜਾਵੇ ਤੇ ਸੁਲ੍ਹਾ ਕਰ ਲਓ। ਮੁਹੱਬਤ ਦੀ ਹੱਦ ਅਗਰ ਤੁਸੀਂ ਅੱਗੇ बढ़ा ਦਿਓਗੇ ਤਾਂ ਤੁਹਾਡੇ ਨੇਕੀ ਕੰਮ ਆਏਗੀ, ਤੁਹਾਡੇ ਹਿੱਸੇ 'ਚ ਜ਼ਿਆਦਾ ਨੇਕੀਆਂ ਹੋਣਗੀਆਂ। ਮੇਰਾ ਤਾਂ ਇਹੀ ਪੈਗਾਮ ਹੈ। ਵੀਡੀਓ 'ਚ ਕੋਈ ਵੀ ਗੱਲ ਅੱਛੀ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਾਂਗੀ। ਇਜਾਜ਼ਤ ਦਿਓ। ਅੱਲਾ ਹਾਫਿਜ਼।